ਕੰਟੀਨਿਊ ਕਰਦੇ ਹਾਂ ਜੀ। Who among the following wrote the poem ਸੁਬਹ ਆਜ਼ਾਦੀ? ਸੁਬਹ ਆਜ਼ਾਦੀ, ਆਜ਼ਾਦੀ ਦੀ ਸਵੇਰ, ਸੁਬਹ ਆਜ਼ਾਦੀ। ਇਹ ਕਵਿਤਾ ਕਿਹਨਾਂ ਨੇ ਲਿਖੀ ਸੀ? ਆਜ਼ਾਦੀ ਦੀ ਸਵੇਰ। ਇਹ ਸੀ ਜੀ ਫੈਜ਼ ਅਹਿਮਦ ਫੈਜ਼। ਪਾਰਟੀਸ਼ਨ ਤੋਂ ਬਾਅਦ ਉਹਨਾਂ ਨੇ ਇਹ ਕਵਿਤਾ ਲਿਖੀ ਸੀ। ਅਸਰਸ਼ਨ ਆ ਜੀ, the Congress ministries in all the provinces resigned in the year 1939। ਸਾਰੇ ਸੂਬਿਆਂ ਵਿੱਚ ਕਾਂਗਰਸ ਮਿਨਿਸਟਰੀ ਨੇ 1939 ਵਿੱਚ ਰਿਜ਼ਾਈਨ ਦੇਤਾ ਸੀ। ਕਿਉਂ ਦੇਤਾ ਸੀ? ਕਿਉਂਕਿ 1939 ਵਿੱਚ ਦੂਸਰੀ ਵਿਸ਼ਵ ਜੰਗ ਛਿੜ ਗਈ ਸੀ ਤੇ ਅੰਗਰੇਜ਼ ਸਰਕਾਰ ਨੇ ਭਾਰਤੀਆਂ ਨੂੰ ਬਿਨਾਂ ਪੁੱਛੇ ਭਾਰਤੀਆਂ ਦੀ ਸ਼ਮੂਲੀਅਤ ਵੀ ਇਸ ਜੰਗ ਵਿੱਚ ਕਰ ਲਈ ਸੀ। ਇੰਡੀਆ ਨੂੰ ਵੀ ਇਸ ਜੰਗ ਦਾ ਪਾਰਟ ਬਣਾ ਦਿੱਤਾ ਸੀ। ਇਹ ਸੀ ਜੀ ਮੇਨ ਕਾਰਨ। The Congress did not accept the decision of the Viceroy to declare war against Germany in the context of the Second World War। ਸਹੀ ਹੈ ਜੀ, ਦੂਸਰੇ ਵਿਸ਼ਵ ਯੁੱਧ ਦੀ ਗੱਲ ਹੋ ਰਹੀ ਹੈ ਤੇ ਉਹਨਾਂ ਨੇ ਜਿਹੜਾ ਜਰਮਨ ਦੇ ਖਿਲਾਫ ਯੁੱਧ ਸ਼ੁਰੂ ਕਰਤਾ ਸੀ ਤੇ ਉਹਦੇ ਵਿੱਚ ਇੰਡੀਆ ਨੂੰ ਵੀ ਪਾਰਟ ਬਣਾ ਲਿਆ ਸੀ ਤੇ ਇਹ ਵੀ ਗੱਲ ਸਹੀ ਹੈ। ਆਨਸਰ ਆ ਜੀ ਏ। In the individual ਸੱਤਿਆਗ੍ਰਹਿ, ਵਿਨੋਬਾ ਭਾਵੇ was chosen as the first ਸੱਤਿਆਗ੍ਰਹੀ। ਇਹ ਗੱਲ ਹੈ ਜੀ। ਇੰਡੀਵਿਜੂਅਲ ਸੱਤਿਆਗ੍ਰਹਿ 1940 ਵਿੱਚ ਪਹਿਲਾ ਸੱਤਿਆਗ੍ਰਹੀ ਕੌਣ ਸੀ ਜੀ? ਵਿਨੋਬਾ ਭਾਵੇ। ਯਾਦ ਰੱਖਣਾ ਤੁਸੀਂ, ਸਟੇਟ ਲੈਵਲ ਤੇ ਪੁੱਛਿਆ ਜਾ ਸਕਦਾ। ਗੱਲ ਆਉਂਦੀ ਹੈ ਜੀ who was the second? ਦੂਸਰਾ ਕੌਣ ਸੀ ਜੀ ਸੱਤਿਆਗ੍ਰਹੀ? ਇਹ ਸੀ ਜੀ ਜਵਾਹਰ ਲਾਲ ਨਹਿਰੂ। ਬੀ ਆਨਸਰ ਹੈ ਜੀ, ਜਵਾਹਰ ਲਾਲ ਨਹਿਰੂ। ਕੰਸਿਡਰ ਦਾ ਫੋਲੋਇੰਗ ਸਟੇਟਮੈਂਟਸ। ਸਟੇਟਮੈਂਟਾਂ ਦਿੱਤੀਆਂ ਜੀ, ਆਪਾਂ ਦੇਖਣਾ ਕਿ ਇਹਨਾਂ ਵਿੱਚੋਂ ਕਰੈਕਟ ਕਿਹੜੀ ਆ। The Cripps proposals include the provision for, ਦੱਸੋ ਜੀ ਕ੍ਰਿਪਸ ਪ੍ਰਪੋਜ਼ਲ ਵਿੱਚ ਕਿਹੜੀ ਕਿਹੜੀ ਗੱਲਾਂ ਕਹੀਆਂ ਗਈਆਂ ਸਨ? ਫੁੱਲ ਇੰਡੀਪੈਂਡੈਂਸ ਫॉर ਇੰਡੀਆ, ਨਹੀਂ ਜੀ, ਪਹਿਲਾਂ ਵੀ ਅਸੀਂ ਇਹ ਗੱਲ ਪੜ੍ਹੀ। ਫੁੱਲ ਇੰਡੀਪੈਂਡੈਂਸ ਦੀ ਗੱਲ ਨਹੀਂ ਸੀ ਕਹੀ ਗਈ, ਡੋਮੀਨੀਅਨ ਸਟੇਟਸ ਦੀ ਗੱਲ ਕਹੀ ਗਈ ਸੀ। ਕਾਂਟਾ ਮਾਰੋ, ਚੱਕ ਦੋ। ਆਨਸਰ ਆ ਜੀ ਬੀ ਜਾਂ ਡੀ, ਕ੍ਰੀਏਸ਼ਨ ਆਫ ਕੌਨਸਟੀਟਿਊਸ਼ਨ ਮੇਕਿੰਗ ਬੋਡੀ। ਇਹ ਗੱਲ ਸੀਗੀ ਕਿ ਆਜ਼ਾਦੀ ਤੋਂ ਬਾਅਦ ਭਾਰਤ ਲਈ ਇੱਕ ਸੰਵਿਧਾਨ ਨਿਰਮਾਣ ਵਾਲੀ ਸੰਸਥਾ ਦਾ ਨਿਰਮਾਣ ਕੀਤਾ ਜਾਵੇਗਾ। ਕ੍ਰੀਏਸ਼ਨ ਆਫ ਕੌਨਸਟੀਟਿਊਸ਼ਨ ਮੇਕਿੰਗ ਬੋਡੀ। ਆਨਸਰ ਹੈ ਜੀ ਬੀ, 2 ਓਨਲੀ। ਥੋੜਾ ਪੜ੍ਹ ਲੈਂਦੇ ਆ ਜੀ। ਕ੍ਰਿਪਸ ਪ੍ਰਸਤਾਵਾਂ ਵਿੱਚ ਭਾਰਤ ਲਈ ਪੂਰੀ ਆਜ਼ਾਦੀ ਦਾ ਪ੍ਰਬੰਧ ਸ਼ਾਮਿਲ ਨਹੀਂ ਸੀ, ਪਰ ਇੱਕ ਡੋਮੀਨੀਅਨ ਸਟੇਟਸ ਦੇ ਨਾਲ ਇੱਕ ਭਾਰਤੀ ਯੂਨੀਅਨ ਦੀ ਪੇਸ਼ਕਸ਼ ਕੀਤੀ ਗਈ ਸੀ। ਕਾਂਗਰਸ ਨੇ ਪੂਰਨ ਆਜ਼ਾਦੀ ਦੀ ਬਜਾਏ ਡੋਮੀਨੀਅਨ ਸਟੇਟਸ ਦੀ ਵਿਵਸਥਾ ਤੇ ਇਤਰਾਜ਼ ਕੀਤਾ ਸੀ। ਇਸ ਕਰਕੇ ਗੱਲ ਨਹੀਂ ਬਣ ਪਾਈ। ਕਾਂਗਰਸ ਨੇ ਇਤਰਾਜ਼ ਕੀਤਾ। ਯੁੱਧ ਤੋਂ ਬਾਅਦ ਇੱਕ ਨਵਾਂ ਸੰਵਿਧਾਨ ਬਣਾਉਣ ਲਈ ਇੱਕ ਸੰਵਿਧਾਨ ਸਭਾ ਬੁਲਾਈ ਜਾਵੇਗੀ। ਇਹ ਗੱਲ ਸੀ ਜੀ, ਸੰਵਿਧਾਨ ਸਭਾ ਦੀ ਗੱਲ ਹੋਈ ਸੀ। ਅੱਗੇ ਦੇਖੋ ਜੀ, ਡਿਊਰਿੰਗ ਦਾ ਫਰੀडम ਸਟਰਗਲ, ਸੁਤੰਤਰਤਾ ਸੰਗਰਾਮ ਦੀ ਗੱਲ ਹੋ ਰਹੀ ਹੈ। ਅਰੁਣਾ ਆਸਿਫ ਅਲੀ was a major woman organizer of underground activity in, ਦੱਸੋ ਜੀ ਅਰੁਣਾ ਆਸਿਫ ਅਲੀ ਨੇ ਅੰਡਰਗਰਾਊਂਡ ਐਕਟੀਵਿਟੀ ਕਿਹੜੀ ਮੂਵਮੈਂਟ ਦੌਰਾਨ ਚਲਾਈ ਸੀ ਜੀ? ਅੰਡਰਗਰਾਊਂਡ ਐਕਟੀਵਿਟੀ ਮੀਨ ਛੁਪ ਕੇ ਆਪਣੀ ਐਕਟੀਵਿਟੀਆਂ ਚਲਾਉਣੀਆਂ। ਸਿਵਲ ਡਿਸਓਬੀਡੀਐਂਸ ਮੂਵਮੈਂਟ, ਨੌਨ ਕੋਆਪਰੇਸ਼ਨ ਮੂਵਮੈਂਟ, ਕੁਇਟ ਇੰਡੀਆ ਮੂਵਮੈਂਟ ਜਾਂ ਸਵਦੇਸ਼ੀ ਮੂਵਮੈਂਟ। ਤੁਸੀਂ ਪੜ੍ਹਿਆ ਹੋਏਗਾ ਕਿ ਅੰਡਰਗਰਾਊਂਡ ਐਕਟੀਵਿਟੀ ਭਾਰਤ ਛੋੜੋ ਅੰਦੋਲਨ ਦੌਰਾਨ ਚਲਾਈਆਂ ਗਈਆਂ, ਕੁਇਟ ਇੰਡੀਆ ਮੂਵਮੈਂਟ ਦੌਰਾਨ। ਉਸ ਦੀ ਗ੍ਰਿਫਤਾਰੀ ਤੇ 5000 ਦਾ ਇਨਾਮ ਸੀ। ਕਿਹਦਾ? ਅਰੁਣਾ ਆਸਿਫ ਅਲੀ ਦੀ ਗ੍ਰਿਫਤਾਰੀ ਉੱਤੇ। ਬਾਅਦ ਵਿੱਚ ਉਹਨਾਂ ਨੂੰ ਸੁਤੰਤਰਤਾ ਅੰਦੋਲਨ ਦੀ ਵੱਡੀ ਬਜ਼ੁਰਗ ਔਰਤ ਭਾਵ ਗ੍ਰੈਂਡ ਓਲਡ ਲੇਡੀ ਕਿਹਾ ਗਿਆ। ਫਰੀडम ਸਟਰਗਲ ਦੀ, ਸੁਤੰਤਰਤਾ ਅੰਦੋਲਨ ਦੀ ਗ੍ਰੈਂਡ ਓਲਡ ਲੇਡੀ ਕੌਣ ਸੀ? ਅਰੁਣਾ ਆਸਿਫ ਅਲੀ। ਕੀ ਕੀਤਾ ਸੀ ਉਸਨੇ ਮੇਨ ਕੰਮ? 1942 ਵਿੱਚ ਭਾਰਤ ਛੋੜੋ ਅੰਦੋਲਨ ਦੌਰਾਨ ਅੰਡਰਗਰਾਊਂਡ ਐਕਟੀਵਿਟੀ ਵਿੱਚ ਹਿੱਸਾ ਲਿਆ ਸੀ। ਮੇਜਰ ਇਹਦਾ ਇਹ ਸੀ ਜੀ ਯੋਗਦਾਨ। ਹੂ ਆਫ ਦਾ ਫੋਲੋਇੰਗ ਪ੍ਰਾਈਮ ਮਿਨਿਸਟਰਸ ਸੈਂਟ ਕ੍ਰਿਪਸ ਮਿਸ਼ਨ ਟੂ ਇੰਡੀਆ। ਜਦੋਂ ਭਾਰਤ ਵਿੱਚ ਕ੍ਰਿਪਸ ਮਿਸ਼ਨ ਆਇਆ ਉਸ ਵੇਲੇ ਬ੍ਰਿਟੇਨ ਦਾ ਬ੍ਰਿਟਿਸ਼ ਦਾ ਪ੍ਰਾਈਮ ਮਿਨਿਸਟਰ ਕੌਣ ਸੀ? ਕਿਹੜੇ ਪ੍ਰਾਈਮ ਮਿਨਿਸਟਰ ਨੇ ਕ੍ਰਿਪਸ ਮਿਸ਼ਨ ਭਾਰਤ ਭੇਜਿਆ? ਰੈਮਸੇ ਮੈਕਡੋਨਾਲਡ, ਨਹੀਂ ਜੀ, ਇਹ 1932 ਦੀ ਗੱਲ ਹੋ ਰਹੀ ਹੈ, ਪਹਿਲਾਂ ਦੀ ਗੱਲ ਹੋ ਗਈ। ਆਨਸਰ ਹੈ ਜੀ ਵਿੰਸਟਨ ਚਰਚਿਲ ਨੇ ਭੇਜਿਆ ਸੀ। ਮਾਰਚ 1942 ਵਿੱਚ
ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੁਆਰਾ ਯੁੱਧ ਲਈ ਭਾਰਤੀ ਸਮਰਥਨ ਪ੍ਰਾਪਤ ਕਰਨ ਲਈ ਸੰਵਿਧਾਨਿਕ ਪ੍ਰਸਤਾਵਾਂ ਦੇ ਨਾਲ ਸਟੈਫੋਰਡ ਕ੍ਰਿਪਸ ਦੀ ਅਗਵਾਈ ਵਿੱਚ ਇੱਕ ਮਿਸ਼ਨ ਭਾਰਤ ਭੇਜਿਆ ਗਿਆ ਸੀ। ਸਟੈਫੋਰਡ ਕ੍ਰਿਪਸ ਇਹਦਾ ਪ੍ਰਧਾਨ ਸੀ, ਇਸ ਲਈ ਇਸਨੂੰ ਕ੍ਰਿਪਸ ਮਿਸ਼ਨ ਵੀ ਕਹਿੰਦੇ ਆ। ਡਿਊਰਿੰਗ ਦਾ ਇੰਡੀਅਨ ਫ੍ਰੀडम ਸਟਰਗਲ, ਵਾਈ ਡਿਡ ਰੌਲਟ ਐਕਟ ਅਰਾਊਜ਼ ਪੋਪੂਲਰ ਇੰਡੀਗਨੇਸ਼ਨ? ਦੱਸੋ ਜੀ, ਰੌਲਟ ਐਕਟ ਦੇ ਕਾਰਨ ਆਮ ਅਸੰਤੋਸ਼ ਕਿਉਂ ਹੋ ਗਿਆ ਸੀ ਜੀ? ਜਨਤਾ ਵਿੱਚ ਗੁੱਸਾ ਕਿਉਂ ਸੀ? ਰੌਲਟ ਐਕਟ ਅਸੀਂ ਪੜ੍ਹਿਆ, ਆਹ ਮੇਨ ਕਾਰਨ ਆ ਜੀ ਕਿ ਸਰਕਾਰ ਕਿਸੇ ਵੀ ਬੰਦੇ ਨੂੰ ਬਿਨਾਂ ਉੱਤੇ ਮੁਕੱਦਮਾ ਚਲਾਏ ਉਹਨੂੰ ਅਦਾਲਤ ਵਿੱਚ ਦੋਸ਼ੀ ਠਹਿਰਾਏ ਬਿਨਾਂ ਉਸਨੂੰ ਜੇਲ੍ਹ ਭੇਜ ਸਕਦੀ ਸੀ। ਇਟ ਆਥੋਰਾਈਜ਼ ਦਾ ਗਵਰਨਮੈਂਟ ਟੂ ਇੰਪ੍ਰਿਜ਼ਨ ਪੀਪਲ ਵਿਦਾਊਟ ਟਰਾਇਲ। ਠੀਕ ਹੈ ਜੀ। ਅੱਗੇ ਹੈ ਜੀ, ਵਿਚ ਵਨ ਆਫ ਦਾ ਫੋਲੋਇੰਗ ਬਿਗੇਨ ਵਿਦ ਦਾ ਡਾਂਡੀ ਮਾਰਚ? ਡਾਂਡੀ ਮਾਰਚ ਨਾਲ ਕਿਹੜੀ ਮੂਵਮੈਂਟ ਦੀ ਸ਼ੁਰੂਆਤ ਹੋਈ? ਹੋਮ ਰੂਲ ਮੂਵਮੈਂਟ? ਨਹੀਂ ਜੀ। ਨॉन ਕੋਆਪਰੇਸ਼ਨ ਮੂਵਮੈਂਟ? ਨਹੀਂ ਜੀ। ਇਹ 1920 ਦੀ ਗੱਲ ਆ ਜੀ, ਇਹ ਉਸ ਤੋਂ ਪਹਿਲਾਂ ਦੀ ਗੱਲ ਆ ਜੀ, 1915 ਦੇ ਕਰੀਬ। ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ ਜੀ ਇਹ, ਸਿਵਲ ਡਿਸਓਬੀਡੀਐਂਸ ਮੂਵਮੈਂਟ। ਵਿਦ ਵਿਚ ਵਨ ਆਫ ਦਾ ਫੋਲੋਇੰਗ ਮੂਵਮੈਂਟਸ ਇਸ ਦਾ ਸਲੋਗਨ ਡੂ ਔਰ ਡਾਈ ਐਸੋਸੀਏਟਡ? ਦੱਸੋ ਜੀ, ਕਿਹੜੀ ਮੂਵਮੈਂਟ ਵਿੱਚ ਗਾਂਧੀ ਜੀ ਨੇ ਇਹ ਗੱਲ ਕਹੀ ਸੀ ਜਾਂ ਸਿੰਪਲ ਡੂ ਔਰ ਡਾਈ, ਕਰੋ ਜਾਂ ਮਰੋ? ਇਹ ਸੀ ਜੀ ਭਾਰਤ ਛੋੜੋ ਅੰਦੋਲਨ, ਕੁਇਟ ਇੰਡੀਆ ਮੂਵਮੈਂਟ। ਗਾਂਧੀ ਜੀ ਨੇ 1942 ਵਿੱਚ ਭਾਰਤ ਛੱਡੋ ਅੰਦੋਲਨ ਦੌਰਾਨ ਕਰੋ ਜਾਂ ਮਰੋ ਦਾ ਸੱਦਾ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਜਾਂ ਤਾਂ ਭਾਰਤ ਨੂੰ ਆਜ਼ਾਦ ਕਰਵਾਵਾਂਗੇ ਜਾਂ ਕੋਸ਼ਿਸ਼ ਵਿੱਚ ਮਾਰੇ ਜਾਵਾਂਗੇ, ਜਾਂ ਕਰੋ ਜਾਂ ਕਰਦੇ ਕਰਦੇ ਮਰ ਜਾਓ। ਹੂ ਫਾਊਂਡਡ ਦਾ ਅਹਿਮਦਾਬਾਦ ਟੈਕਸਟਾਈਲ ਲੇਬਰ ਐਸੋਸੀਏਸ਼ਨ? ਦੱਸੋ ਜੀ। ਆਪਾਂ ਪੜ੍ਹਿਆ ਕਿ ਗਾਂਧੀ ਜੀ ਜਦੋਂ ਦੱਖਣ ਅਫਰੀਕਾ ਤੋਂ ਭਾਰਤ ਆਏ, ਉਹਨਾਂ ਦੀ ਪਹਿਲੀ ਮੂਵਮੈਂਟ ਸੀ ਚੰਪਾਰਨ। ਫਿਰ ਉਹ ਗੁਜਰਾਤ ਵਿੱਚ ਗਏ ਜਿੱਥੇ ਉਹਨਾਂ ਨੇ ਖੇਡਾਂ ਤੇ ਕਿਸਾਨਾਂ ਲਈ ਕਿਸਾਨੀ ਅੰਦੋਲਨ ਕੀਤਾ। ਫਿਰ ਉਹ ਅਹਿਮਦਾਬਾਦ ਗਏ, ਗੁਜਰਾਤ ਵਿੱਚ ਹੀ ਅਹਿਮਦਾਬਾਦ, ਜਿਹੜੇ ਉੱਥੋਂ ਦੇ ਲੇਬਰ ਸੀ ਉਹਨਾਂ ਦੇ ਹੱਕਾਂ ਲਈ ਗੱਲ ਕੀਤੀ ਜੀ। ਅਹਿਮਦਾਬਾਦ ਮਿਲ ਸਟ੍ਰਾਈਕ ਹੋਈ ਤਾਂ ਇਸੇ ਦੌਰਾਨ ਉਹਨਾਂ ਨੇ ਅਹਿਮਦਾਬਾਦ ਟੈਕਸਟਾਈਲ ਲੇਬਰ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਆਂਸਰ ਆ ਜੀ ਏ, ਮਹਾਤਮਾ ਗਾਂਧੀ। ਇਨ ਦਾ ਕੰਟੈਕਸਟ ਆਫ ਦਾ ਇੰਡੀਅਨ ਫ੍ਰੀडम ਸਟਰਗਲ, ਭਾਰਤੀ ਸੁਤੰਤਰਤਾ ਸੰਗਰਾਮ ਦੀ ਗੱਲ ਹੋ ਰਹੀ ਆ, ਉਸ ਵਿੱਚ 16 ਅਕਤੂਬਰ 1905 ਇਜ਼ ਵੈਲ ਨੋਨ ਫॉर? ਦੱਸੋ ਜੀ, ਇਸ ਦਿਨ ਕੀ ਹੋਇਆ ਸੀ? ਹਾਂ, ਤੁਸੀਂ ਆਪਸ਼ਨ ਪੜ੍ਹ ਲੈਣੇ ਆ ਜੀ। ਆਂਸਰ ਹੈ ਜੀ ਬੀ, ਬੰਗਾਲ ਦੀ ਪਾਰਟੀਸ਼ਨ ਹੋਈ ਸੀ ਜੀ, ਟੁਕ ਇਫੈਕਟ, ਬੰਗਾਲ ਦੀ ਪਾਰਟੀਸ਼ਨ ਹੋਈ ਸੀ ਜੀ। The instrument of instructions contained in the Government of India Act 1935, Government of India Act 1935 ਵਿੱਚ instrument of instructions ਸੀਗੀਆਂ। ਵੀ ਜਿਹੜੇ ਆਪਣੇ ਅਲੱਗ-ਅਲੱਗ ਕਲੋਨੀਆਂ ਸੀ ਨਾ ਅੰਗਰੇਜ਼ਾਂ ਦੀਆਂ, ਉਹਨਾਂ ਦੇ ਜਿਹੜੇ ਗਵਰਨਰ ਸੀਗੇ ਉਹਨਾਂ ਨੂੰ ਇੰਸਟਰੂਮੈਂਟ ਆਫ ਇੰਸਟਰਕਸ਼ਨ ਸੀਗੀਆਂ। ਇੰਸਟਰਕਸ਼ਨਸ ਕਹਿ ਲਓ ਸਿੰਪਲੀ, ਵੀ ਤੁਸੀਂ ਆਹ ਕੰਮ ਕਰਨੇ ਆ, ਇਸ ਤਰ੍ਹਾਂ ਕੰਮ ਕਰਨੇ ਆ। ਅੰਗਰੇਜ਼ ਸਰਕਾਰ ਵੱਲੋਂ ਇੰਸਟਰੂਮੈਂਟ ਆਫ ਇੰਸਟਰਕਸ਼ਨ ਸੀਗੀਆਂ। ਠੀਕ ਹੈ ਜੀ। ਹੈਵ ਬੀਨ ਇਨਕੋਰਪੋਰੇਟਡ ਇਨ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਇਨ ਦਾ ਈਅਰ 1950 ਐਜ਼, ਇਹੀ ਚੀਜ਼ਾਂ ਜਦੋਂ ਅਸੀਂ ਆਪਣਾ ਸੰਵਿਧਾਨ ਬਣਾਇਆ ਉਸ ਵਿੱਚ ਇੰਸਟਰੂਮੈਂਟ ਆਫ ਇੰਸਟਰਕਸ਼ਨ ਨੂੰ ਇਨਕਲੂਡ ਕੀਤਾ। ਉਹ ਕੀ ਸੀ ਜੀ? ਸਿੰਪਲੀ ਗੱਲ ਕਹੀਏ ਕਿ ਸਰਕਾਰਾਂ ਨੂੰ ਆਦੇਸ਼ ਸੀਗੇ ਕਿ ਤੁਸੀਂ ਇਸ ਹਿਸਾਬ ਨਾਲ ਕੰਮ ਕਰਨੇ ਆ। ਤਾਂ ਜਦੋਂ ਸਾਡਾ ਸੰਵਿਧਾਨ ਬਣਿਆ ਉਹਦੇ ਵਿੱਚ ਸਾਡੇ ਕੀ ਆ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਸਰਕਾਰ ਨੂੰ ਆਦੇਸ਼ ਆ ਕਿ ਤੁਸੀਂ ਆਪਣੀ ਪਾਲਿਸੀ ਬਣਾਉਣ ਲਈ ਆਹ ਪ੍ਰਿੰਸੀਪਲ ਨੂੰ ਫੋਲੋ ਕਰਨਾ ਹੈ ਜੀ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਕੀ ਆ? ਇੰਸਟਰੂਮੈਂਟ ਆਫ ਇੰਸਟਰਕਸ਼ਨ। ਅੱਗੇ ਦੇਖੋ, ਵਿਦ ਰੈਫਰੈਂਸ ਟੂ ਸਾਈਮਨ ਕਮਿਸ਼ਨਸ ਰਿਕਮੈਂਡੇਸ਼ਨਸ, ਸਾਈਮਨ ਕਮਿਸ਼ਨ ਆਇਆ ਸੀ ਨਾ ਜੀ 1927-28 ਦੀ ਗੱਲਾਂ ਹੋ ਰਹੀਆਂ। ਉਸ ਵੇਲੇ ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਕਰੈਕਟ? ਵੀ ਦੱਸੋ ਜੀ, ਇਸਨੇ ਕੀ ਗੱਲਾਂ ਕਹੀਆਂ, ਕਿਹੜੀ ਗੱਲਾਂ ਸਹੀ ਸੀ ਜੋ ਇਸਨੇ ਕਿਹਾ? It recommended the replacement of diarchy with responsible government in the provinces. ਇਹ ਗੱਲ ਸਹੀ ਹੈ ਜੀ। ਦੇਖੋ 1919 ਵਾਲੇ ਐਕਟ ਵਿੱਚ ਕੀ ਸੀਗਾ, ਪ੍ਰੋਵਿੰਸਸ ਵਿੱਚ ਡਾਇਆਰਕੀ ਲੈ ਕੇ ਆਏ ਸੀ। ਫਿਰ 1935 ਵਾਲੇ ਐਕਟ ਵਿੱਚ ਸਾਈਮਨ ਕਮਿਸ਼ਨ ਦੀ ਰਿਕਮੈਂਡੇਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰੋਵਿੰਸਸ ਵਿੱਚ ਡਾਇਆਰਕੀ ਹਟਾਤੀ, ਤਾਂ ਫਿਰ ਕੀ ਕਰਤਾ, ਉੱਥੇ ਰਿਸਪੌਂਸੀਬਲ ਗਵਰਨਮੈਂਟ ਲੈ ਕੇ ਆਏ। ਇਹ ਗੱਲ ਸਹੀ ਹੈ ਜੀ।
ਤੇ ਇਹ ਗੱਲ ਉਹਨੂੰ ਰਿਕਮੈਂਡ ਕੀਤੀ ਸੀ ਸਾਈਮਨ ਕਮਿਸ਼ਨ ਨੇ ਕਿ ਵੀ ਤੁਸੀਂ ਪ੍ਰੋਵਿੰਸਸ ਵਿੱਚ ਡਾਇਆਰਕੀ ਹਟਾ ਕੇ ਰਿਸਪੌਂਸੀਬਲ ਗਵਰਨਮੈਂਟ ਲੈ ਕੇ ਆਓ। ਠੀਕ ਹੈ ਜੀ, ਆਂਸਰ ਹੈ ਜੀ ਏ। 4 resolutions were passed at the famous Calcutta session of Indian National Congress in 1906। ਇੰਡੀਅਨ ਨੈਸ਼ਨਲ ਕਾਂਗਰਸ ਦਾ ਜਿਹੜਾ ਕਲਕੱਤਾ ਸੈਸ਼ਨ ਸੀਗਾ ਕਦੋਂ 1906 ਵਾਲਾ। ਇਹ ਵੀ ਗੱਲ ਆ ਜਾਣੀ ਕਿ 1906 ਵਿੱਚ ਕਿੱਥੇ ਸੈਸ਼ਨ ਹੋਇਆ ਸੀ, ਕਲਕੱਤਾ। ਉੱਥੇ ਕੀ ਹੋਇਆ ਸੀ ਨਾ ਕਿ ਕੁਛ ਮੁੱਦੇ ਰੱਖੇ ਗਏ ਸੀ, ਉਹ ਮੁੱਦਿਆਂ ਤੇ ਬਹਿਸ ਬੂਸ ਹੋ ਗਈ। ਤਾਂ ਫਿਰ ਇੰਨੀ ਬਹਿਸ ਹੋ ਗਈ ਕਿ ਇੰਨਾ ਮਤਲਬ ਆਪਸ ਵਿੱਚ ਟਕਰਾਅ ਵੱਧ ਗਿਆ ਗਰਮ ਦਲੀਆ ਤੇ ਨਰਮ ਦਲੀਆ ਦਾ ਕਿ 1907 ਵਿੱਚ ਉਹ ਅਲੱਗ ਹੀ ਹੋ ਗਏ। ਅਗਲੇ ਸਾਲ 1907 ਵਿੱਚ ਜਦੋਂ ਸੂਰਤ ਵਿੱਚ ਬੈਠਕ ਹੋਈ ਤਾਂ ਇਹ ਦੋਨੋਂ ਇੱਕ ਦੂਸਰੇ ਤੋਂ ਅਲੱਗ ਹੋ ਗਏ, ਗਰਮ ਦਲੀਏ ਤੇ ਨਰਮ ਦਲੀਏ। ਗਰਮ ਦਲੀਏ ਕੌਣ ਆ, ਐਕਸਟ੍ਰੀਮਿਸਟ, ਤੇ ਨਰਮ ਦਲੀਏ ਕੌਣ ਆ, ਮੋਡਰੇਟਸ। The question of either retention or rejection of these 4 resolutions became the cause of split in Congress at the next Congress session held in Surat in 1907। ਠੀਕ ਹੈ ਜੀ, ਆਹ ਕੁਛ ਰੈਜ਼ੋਲੂਸ਼ਨ ਸੀ, 4 ਰੈਜ਼ੋਲੂਸ਼ਨ ਮੇਨ ਸੀ ਜਿਨ੍ਹਾਂ ਕਰਕੇ ਤਕਰਾਰ ਕਾਫੀ ਵੱਧ ਗਈ। ਦੱਸੋ ਜੀ ਇਹਨਾਂ ਚਾਰਾਂ ਵਿੱਚੋਂ ਕਿਹੜਾ ਇੱਕ ਨਹੀਂ ਆ ਉਹ ਰੈਜ਼ੋਲੂਸ਼ਨ। ਅਨਲਮੈਂਟ ਆਫ ਪਾਰਟੀਸ਼ਨ ਆਫ ਬੰਗਾਲ, ਵੀ ਬੰਗਾਲ ਦੀ ਪਾਰਟੀਸ਼ਨ ਨੂੰ ਖਤਮ ਕਰੋ, ਅੰਗਰੇਜ਼ਾਂ ਦਾ ਬਾਈਕਾਟ ਕਰੋ, ਨੈਸ਼ਨਲ ਐਜੂਕੇਸ਼ਨ ਕਰੋ ਤੇ ਸਵਦੇਸ਼ੀ ਚੀਜ਼ਾਂ ਦਾ ਪ੍ਰਚਾਰ ਕਰੋ। ਦੇਸ਼ ਦੀਆਂ ਹੋਈਆਂ ਬੜੀਆਂ ਚੀਜ਼ਾਂ ਉਹਦਾ ਜ਼ਿਆਦਾ ਯੂਜ਼ ਕਰੋ, ਸਵਦੇਸ਼ੀ। ਆਂਸਰ ਹੈ ਜੀ ਆਹ ਤਿੰਨੇ ਸੀਗੀਆਂ ਗੱਲਾਂ। ਆਹ ਨਹੀਂ ਸੀਗਾ ਜੀ ਰੈਜ਼ੋਲੂਸ਼ਨ ਵਿੱਚ, ਆਹ ਗੱਲ ਨਹੀਂ ਸੀ। ਦਾਦਾ ਭਾਈ ਨਰੋਜੀ, ਇਹ ਵੀ ਗੱਲ ਆ ਜਾਣੀ ਆ ਕਿ 1906 ਵਿੱਚ, ਠੀਕ ਹੈ ਨਾ, 1906 ਵਿੱਚ ਜਿਹੜੀ ਮੀਟਿੰਗ ਹੋਈ ਸੀ ਉਹਦੀ ਪ੍ਰਧਾਨਗੀ ਕਿਹਨੇ ਕੀਤੀ ਸੀ, ਦਾਦਾ ਭਾਈ ਨਰੋਜੀ ਨੇ। ਉਹਨਾਂ ਨੇ 1906 ਵਿੱਚ ਕਲਕੱਤਾ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਸਵਦੇਸ਼ੀ, ਬਾਈਕਾਟ ਅਤੇ ਰਾਸ਼ਟਰੀ ਸਿੱਖਿਆ ਇਸ ਦੇ ਪ੍ਰੋਗਰਾਮ ਦੀ ਹਮਾਇਤ ਕਰਨ ਵਾਲਾ ਮਤਾ ਪਾਸ ਕੀਤਾ ਗਿਆ ਸੀ। ਠੀਕ ਹੈ ਜੀ, ਰਾਸ ਬਿਹਾਰੀ ਘੋਸ਼ ਨੇ 1907 ਵਿੱਚ ਸੂਰਤ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇਹ ਵੀ ਗੱਲ ਆ ਜਾਣੀ ਆ 1907 ਵਿੱਚ ਸੈਸ਼ਨ ਦੀ ਪ੍ਰਧਾਨਗੀ ਕਿਹਨੇ ਕੀਤੀ ਸੀ, ਰਾਸ ਬਿਹਾਰੀ ਘੋਸ਼ ਨੇ, ਜਿਸ ਵਿੱਚ ਕਾਂਗਰਸ ਨੂੰ ਮੋਡਰੇਟ ਅਤੇ ਕੱਟੜਪੰਥੀਆਂ ਵਿੱਚ ਵੰਡਿਆ ਗਿਆ ਸੀ। ਮੋਡਰੇਟ ਨਰਮ ਦਲੀ, ਕੱਟੜਪੰਥੀ ਐਕਸਟ੍ਰੀਮਿਸਟ ਗਰਮ ਦਲੀਏ, ਉਹ ਅਲੱਗ ਹੋ ਗਏ ਸੀ ਜੀ ਸੂਰਤ ਵਿੱਚ। ਠੀਕ। ਆਫਟਰ ਕੁਇਟ ਇੰਡੀਆ ਮੂਵਮੈਂਟ, ਭਾਰਤ ਛੱਡੋ ਅੰਦੋਲਨ ਤੋਂ ਬਾਅਦ ਸੀ ਰਾਜਾ ਗੋਪਾਲਾਚਾਰੀ issued a pamphlet entitled, ਇਹਨਾਂ ਨੇ ਸੀ ਰਾਜਾ ਗੋਪਾਲਾਚਾਰੀ ਨੇ ਇੱਕ ਪੈਂਪਲੇਟ, ਇੱਕ ਪਰਚਾ ਜਾਰੀ ਕੀਤਾ ਜਿਹਦਾ ਟਾਈਟਲ ਸੀ ਦਾ ਵੇ ਆਊਟ, ਮਤਲਬ ਇਹ ਹੱਲ ਹੈ, ਦਾ ਵੇ ਆਊਟ। Which one of the following was proposed in this pamphlet? ਇਸ ਪੈਂਪਲੇਟ ਵਿੱਚ ਕੀ ਗੱਲ ਪ੍ਰਪੋਜ਼ ਕੀਤੀ ਗਈ ਸੀ ਜੀ, ਦੇਖਦੇ ਹਾਂ ਜੀ। ਬਹੁਤ ਜ਼ਿਆਦਾ ਡੀਪ ਜਾਣ ਦੀ ਲੋੜ ਨਹੀਂ। ਆਂਸਰ ਹੈ ਜੀ ਡੀ। ਅਸਲ 'ਚ ਕੌਨਸਟੀਟਿਊਸ਼ਨਲ ਡੈਡਲੌਕ ਹੋ ਗਿਆ ਸੀਗਾ। ਇੱਕ ਪਾਸੇ ਮੁਸਲਿਮ ਲੀਗ ਸੀ, ਇੰਡੀਅਨ ਨੈਸ਼ਨਲ ਕਾਂਗਰਸ ਸੀਗੀ, ਅੰਗਰੇਜ਼ ਸੀ, ਇਹਨਾਂ ਦੇ ਆਪਸ ਵਿੱਚ ਗੱਲਬਾਤ ਸਿਰੇ ਨਹੀਂ ਸੀ ਚੜ੍ਹ ਰਹੀ। ਤੇ ਇਸ ਗੱਲਬਾਤ ਨੂੰ ਸਿਰੇ ਚੜਾਉਣ ਲਈ ਕੁਇਟ ਇੰਡੀਆ ਮੂਵਮੈਂਟ ਤੋਂ ਬਾਅਦ ਸੀ ਰਾਜਾ ਗੋਪਾਲਾਚਾਰੀ ਨੇ ਇੱਕ ਫਾਰਮੂਲਾ ਦਿੱਤਾ ਸੀ। ਇਹ ਕੀ ਸੀ ਜੀ, ਇਹ ਸੋਲੂਸ਼ਨ ਫॉर ਦਾ ਕੌਨਸਟੀਟਿਊਸ਼ਨਲ ਡੈਡਲੌਕ, ਵੀ ਕੌਨਸਟੀਟਿਊਸ਼ਨਲ ਡੈਡਲੌਕ ਜਿਹੜਾ ਹੋ ਗਿਆ ਆ ਉਹਨੂੰ ਹੱਲ ਕੀਤਾ ਜਾਵੇ। What was the immediate cause for the launch of ਸਵਦੇਸ਼ੀ ਮੂਵਮੈਂਟ? ਦੱਸੋ ਜੀ 1905 ਦੀ ਸਵਦੇਸ਼ੀ ਮੂਵਮੈਂਟ ਜਿਹੜੀ ਸੀ ਉਹਦਾ ਮੇਨ ਕਾਰਨ ਕੀ ਸੀ ਜੀ? ਇਹ ਆਂਸਰ ਹੈ ਜੀ ਦਾ ਪਾਰਟੀਸ਼ਨ ਆਫ ਬੰਗਾਲ ਡਨ ਬਾਈ ਲਾਰਡ ਕੁਰਜਨ। ਬੰਗਾਲ ਦੀ ਪਾਰਟੀਸ਼ਨ ਕਰਤੀ ਸੀ, ਉਹਦੇ ਖਿਲਾਫ ਫਿਰ ਸਵਦੇਸ਼ੀ ਮੂਵਮੈਂਟ ਚੱਲੀ ਸੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ, ਕੁਝ ਸਟੇਟਮੈਂਟਾਂ ਦਿੱਤੀਆਂ, ਆਪਾਂ ਦੇਖਣੀ ਹੈ ਜੀ ਕਰੈਕਟ ਕਿਹੜੀ ਆ। ਡਾਕਟਰ ਰਾਜਿੰਦਰ ਪ੍ਰਸਾਦ persuaded Mahatma Gandhi to come to Champaran to investigate the problem of the peasants। ਉਹ ਕਿਹੜਾ ਬੰਦਾ ਸੀ ਦੇਖੋ ਜੀ, ਯਾਦ ਕਰੋ, ਜਿਹਨੇ ਮਹਾਤਮਾ ਗਾਂਧੀ ਨੂੰ ਮਨਾਇਆ ਸੀ ਕਿ ਤੁਸੀਂ ਚੰਪਾਰਨ ਆਓ ਤੇ ਇੱਥੋਂ ਦੇ ਕਿਸਾਨਾਂ ਦੀ ਸਮੱਸਿਆਵਾਂ ਨੂੰ ਦੇਖੋ। ਉਹ ਡਾਕਟਰ ਰਾਜਿੰਦਰ ਪ੍ਰਸਾਦ ਨਹੀਂ ਸੀ ਜੀ, ਉਹ ਰਾਜ ਪ੍ਰਕਾਸ਼ ਸ਼ੁਕਲਾ ਸੀ ਜੀ। ਉਹ ਕੌਣ ਸੀ? ਰਾਜਕੁਮਾਰ ਸ਼ੁਕਲਾ। ਆਪਾਂ ਪਹਿਲਾਂ ਵੀ ਪੜ੍ਹਿਆ, ਰਾਜਕੁਮਾਰ ਸ਼ੁਕਲਾ ਸੀ ਜੀ। ਡਾਕਟਰ ਰਾਜਿੰਦਰ ਪ੍ਰਸਾਦ ਉਹਨਾਂ ਦੇ ਨਾਲ ਸੀਗੇ, ਪਰ ਇਹਨਾਂ ਨੇ ਗਾਂਧੀ ਜੀ ਨੂੰ ਇਨਵਾਈਟ ਨਹੀਂ ਸੀ ਕੀਤਾ। ਗਾਂਧੀ ਜੀ ਨੂੰ ਇਨਵਾਈਟ ਕਿਹਨੇ ਕੀਤਾ ਸੀ, ਕਿਹਨੇ ਮਨਾਇਆ ਸੀ? ਰਾਜਕੁਮਾਰ ਸ਼ੁਕਲਾ ਨੇ। ਇਸ ਲਈ ਇਹ ਹੋ ਗਿਆ ਗਲਤ। ਆਚਾਰਿਆ JB ਕ੍ਰਿਪਲਾਨੀ was one of Mahatma Gandhi's colleague in his Champaran investigation। ਚੰਪਾਰਨ ਇਨਵੈਸਟੀਗੇਸ਼ਨ ਵਿੱਚ ਆਚਾਰਿਆ JB ਕ੍ਰਿਪਲਾਨੀ ਵੀ ਮਹਾਤਮਾ ਗਾਂਧੀ ਦੇ ਸਾਥੀ ਸਨ। ਇਹ ਗੱਲ ਸਹੀ ਹੈ ਜੀ।
ओनली 2 आंसर आ। थोड़ा पढ़ लिया जी। कथन एक गलत है क्योंकि ए राजकुमार शुक्ला सी। वो बंदा कौन सी जी? ਰਾਜਕੁਮਾਰ ਸ਼ੁਕਲਾ, ਜਿਸ ਨੇ ਗਾਂਧੀ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਜਾਂਚ ਕਰਨ ਲਈ ਚੰਪਾਰਨ ਆਉਣ ਦੀ ਬੇਨਤੀ ਕੀਤੀ ਸੀ। ਠੀਕ ਹੈ ਜੀ। ਇਸ ਅੰਦੋਲਨ ਵਿੱਚ ਗਾਂਧੀ ਦੇ ਸਹਿਯੋਗੀ ਸਨ ਕੌਣ-ਕੌਣ? ਜੀ.ਬੀ. ਕ੍ਰਿਪਲਾਨੀ, ਰਾਜੇਂਦਰ ਪ੍ਰਸਾਦ, ਮਜ਼ਹਰ ਉਲ ਹਕ, ਮਹਾਦੇਵ ਦੇਸਾਈ ਵੀ ਸੀ ਅਤੇ ਨਰਹਰੀ ਪਾਰੇਖ। ਠੀਕ। ਫॉर द कराची ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ ਇਨ 1931 कराची ਸੈਸ਼ਨ ਕੌਣ ਸੀ ਪ੍ਰੈਜ਼ੀਡੈਂਟ ਇਹਦੇ? सरदार पटेल। हु ड्राफ्टर द रेजोल्यूशन ऑन फंडामेंटल राइट्स एंड इकोनॉमिक प्रोग्राम? दसो जी। फंडामेंटल राइट ते इकोनॉमिक प्रोग्राम के उत्ते रेजोल्यूशन का खरड़ा किन तैयार किया सी? ये प्रश्न पहला भी आया जी। आंसर है जी पंडित नेहरू। मेन खरड़ा इन्होंने तैयार किया सी पहले वाला, पर बाद में दूसरे कांग्रेसियां नूं लग्या कि नहीं ये ना कुछ ज़्यादा कट्टर मंगा आ, इसलिए उन्होंने फिर थोड़ा इनू चेंज करता। पढ़ लेने जी। कराची सैशन की प्रधानगी सरदार पटेल ने की सी। कांग्रेस ने मौलिक अधिकारां ਅਤੇ आर्थिक नीति बारे एक मता पास किया जो पार्टी के समाजिक आर्थिक ਅਤੇ राजनीतिक प्रोग्राम ਨੂੰ ਦਰਸਾਉਂਦਾ ਹੈ। ਇਸ ਨੂੰ ਬਾਅਦ ਵਿੱਚ कराची ਰੈਜ਼ੋਲੂਸ਼ਨ ਵਜੋਂ ਜਾਣਿਆ ਗਿਆ। कराची ਰੈਜ਼ੋਲੂਸ਼ਨ। ਨਹਿਰੂ ਨੇ ਅਸਲ ਵਿੱਚ ਇਸ ਦਾ ਖਰੜਾ ਤਿਆਰ ਕੀਤਾ ਸੀ। ਸ਼ੁਰੂਆਤ ਵਿੱਚ ਕਿਨ ਖਰੜਾ ਤਿਆਰ ਕੀਤਾ? ਡਰਾਫਟ ਕਿਨ ਤਿਆਰ ਕੀਤਾ? ਨਹਿਰੂ ਨੇ। ਪਰ ਕੁਝ ਕਾਂਗਰਸੀ ਨੇਤਾਵਾਂ ਨੇ ਇਹ ਸੋਚਿਆ ਕਿ ਇਹ ਬਹੁਤ ਕੱਟੜ ਹੈ, ਇਹ ਖਰੜਾ ਬਹੁਤ ਕੱਟੜ ਹੈ ਅਤੇ ਇਸ ਨੂੰ ਦੁਬਾਰਾ ਫਿਰ ਤਿਆਰ ਕੀਤਾ ਗਿਆ ਸੀ। ਅਗਲਾ ਪ੍ਰਸ਼ਨ, ਹੂ ਅਮੰਗ ਦਾ ਫੋਲੋਇੰਗ ਵਰ ਆਫੀਸ਼ੀਅਲ ਕਾਂਗਰਸ ਨੈਗੋਸ਼ੀਏਟਰਸ ਵਿਦ ਕ੍ਰਿਪਸ ਮਿਸ਼ਨ? ਦੱਸੋ ਜੀ। ਜਦੋਂ ਭਾਰਤ ਵਿੱਚ ਕ੍ਰਿਪਸ ਮਿਸ਼ਨ ਆਇਆ ਤਾਂ ਕਾਂਗਰਸ ਵੱਲੋਂ ਕਿਹੜੇ ਆਫੀਸ਼ੀਅਲੀ ਬੰਦੇ ਸੀ ਜਿਹੜੇ ਕ੍ਰਿਪਸ ਮਿਸ਼ਨ ਨਾਲ ਗੱਲਬਾਤ ਕਰਨ ਗਏ? ਉਹ ਸੀ ਜੀ ਪੰਡਿਤ ਨਹਿਰੂ ਅਤੇ ਮੌਲਾਨਾ ਆਜ਼ਾਦ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।